ਆਮ ਆਦਮੀ ਪਾਰਟੀ ਲਗਾਤਾਰ ਦਾਅਵੇ ਕਰ ਰਹੀ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਬਹੁਤ ਲੁੱਟਿਆ ਹੈਗਾ, ਲੇਕਿਨ ਆਰਟੀਆਈ ਦੇ ਜ਼ਰੀਏ ਪਤਾ ਲੱਗ ਰਿਹਾ ਹੈਗਾ ਕਿ ਜੋ ਪਿਛਲੀਆਂ ਸਰਕਾਰਾਂ ਚੰਦ ਚਾੜ ਕੇ ਗਈਆਂ ਨੇ ਤੇ ਨਵੀਂ ਸਰਕਾਰ ਵੀ ਉਸੇ ਲੀਹਾਂ ਤੇ ਚੱਲ ਰਹੀ ਹੈ, ਭਗਵੰਤ ਮਾਨ ਦੀ ਸਰਕਾਰ। ਪਹਿਲਾਂ ਇਹ ਟਰਾਂਸਪੇਰੈਂਸੀ ਦੀ ਗੱਲ ਕਰਦੇ ਸੀ ਕਿ ਅਸੀਂ ਬੜੇ ਟਰਾਂਸਪੇਰੈਂਟ ਹਾਂ। ਹੁਣ ਇਹ ਟਰਾਂਸਪੇਰੈਂਸੀ ਕਿੱਧਰ ਗਈ? ਤੁਹਾਡੀ ਸਰਕਾਰ ਆਈ ਹੈ, ਤੁਸੀਂ ਤੇ ਸਾਰੇ ਜਿਹੜੇ PIOs ਨੇ, ਤੁਹਾਡੇ ਜਿਹੜੇ ਜਾਣਕਾਰੀ ਦੇਣ ਵਾਲੇ ਸੂਚਨਾ ਅਫਸਰ ਨੇ, ਉਹਨਾਂ ਨੂੰ ਡਾਇਰੈਕਟ ਕਰੋ ਵੀ ਯਾਰ ਜਾਣਕਾਰੀ ਤੁਸੀਂ ਛੇਤੀ ਤੋਂ ਛੇਤੀ ਦੇਣੀ ਹੈ। 30 ਦਿਨ ਦਾ ਟਾਈਮ ਤੁਸੀਂ ਪਹਿਲਾਂ ਦਿਓ। ਜਿਹੜੀ ਹੁਣ ਵਾਲੀ RTI ਆ ਇਹ ਵੀ 5 ਮਹੀਨੇ ਬਾਅਦ ਮਿਲੀ ਹੈ। ਇਹ ਮੇਰੀ 25 ਮਾਰਚ ਦੀ RTI ਪਾਈ ਹੋਈ ਹੈ। ਆਮ ਆਦਮੀ ਪਾਰਟੀ ਨੇ ਵਿਜੇ ਯਾਤਰਾ ਕੱਢੀ ਸੀ 13 ਤਰੀਕ ਨੂੰ, 13 ਮਾਰਚ ਨੂੰ ਅੰਮ੍ਰਿਤਸਰ 'ਚ, ਜਿਹਦੇ 'ਚ ਸਾਰੇ ਇਹਨਾਂ ਨੇ ਪੰਜਾਬ 'ਚੋਂ PRTC ਬੱਸਾਂ ਤੇ ਆਪਦੇ ਵੋਲੰਟੀਅਰ ਬੁਲਾਏ ਸੀ, ਪਲੱਸ ਉੱਥੇ ਅਰਵਿੰਦ ਕੇਜਰੀਵਾਲ ਜੀ ਆਏ ਸੀ, ਭਗਵੰਤ ਮਾਨ ਜੀ ਆਏ ਸੀ, ਤੇ ਉੱਥੇ ਜਿੱਤ ਦਾ ਜਸ਼ਨ ਮਨਾਇਆ ਗਿਆ ਸੀ। ਉੱਥੇ ਦਿੱਲੀ ਦੀ ਲੀਡਰਸ਼ਿਪ ਇਹਨਾਂ ਦੀ 5 ਸਟਾਰ ਹੋਟਲ ਦੇ ਵਿੱਚ ਆ ਕੇ ਰੁਕੀ ਸੀ, ਕੁਝ ਘੰਟੇ ਲਈ ਰੁਕੀ। ਕੁਝ ਮਿਲਦਾ ਹੋ ਸਕਦਾ ਉਦੋਂ ਵੀ ਘੱਟ ਟਾਈਮ ਹੋਵੇ, ਕਿਉਂਕਿ ਉਹ ਕੁੱਲ ਮਾਰਚ ਹੀ 2-3 ਘੰਟਿਆਂ ਦਾ ਸੀਗਾ। ਉਦੋਂ 1.5 ਲੱਖ ਰੁਪਈਆ ਇਹਨਾਂ ਦਾ, ਕਰੀਬ 1.5 ਲੱਖ ਰੁਪਈਆ ਉਸ ਦਿਨ 5 ਸਟਾਰ ਹੋਟਲ ਦਾ ਬਿੱਲ ਹੈਗਾ, ਖਾਣ ਪੀਣ ਦਾ ਤੇ ਰਹਿਣ ਦਾ। ਪਾਰਟੀ ਦਾ ਫੰਕਸ਼ਨ ਸੀਗਾ ਸਾਰਾ ਸਰਕਾਰੀ ਖਜ਼ਾਨੇ 'ਚ। DC ਨੂੰ 2 ਲੱਖ ਰੁਪਇਆ ਕਰੀਬ ਦਿੱਤਾ ਗਿਆ ਹਰ ਇੱਕ ਜ਼ਿਲ੍ਹੇ ਦੇ ਵਿੱਚ। ਜਿਹੜੇ ਵੋਲੰਟੀਅਰ ਇਹਨਾਂ ਨੇ ਸਾਰੇ ਬੁਲਾਏ ਸੀ PRTC ਬੱਸਾਂ ਵਿੱਚ, ਉਹਨਾਂ ਦੇ ਖਰਚ ਲਈ 3425 ਕੁਆਂਟੀਟੀ ਹੈਗੀ ਫੂਡ ਦੇ ਪੈਕੇਟਸ ਦੀ, ਤੇ 2,39,750 ਦਾ ਖਰਚਾ ਹੈ। ਇਸੇ ਤਰੀਕੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਦਾਂ ਹੀ ਹੋਇਆ। ਆਪਣੇ 120 ਸਬ ਡਿਵੀਜ਼ਨ ਹਸਪੀਟਲ ਨੇ, ਕਮਿਊਨਿਟੀ ਹੈਲਥ ਸੈਂਟਰ 500 PHC ਪ੍ਰਾਇਮਰੀ ਹੈਲਥ ਸੈਂਟਰ, 1200 ਡਿਸਪੈਂਸਰੀਆਂ, 6000 HWC, 7 ਲੇਅਰ ਸਿਸਟਮ ਹੈ ਇਹ ਆਪਣੇ ਬਣਿਆ ਹੋਇਆ। ਉਹਨੂੰ ਠੀਕ ਕਰਨ ਦੀ ਲੋੜ ਹੈ। ਜਿੱਥੇ ਹਸਪਤਾਲ 'ਚ ਡਾਕਟਰ ਨਹੀਂ ਹੈਗੇ ਡਾਕਟਰ ਲਾ ਦਿਓ, ਜਿੱਥੇ ਕੋਈ ਨਰਸ ਨਹੀਂ ਹੈਗੀ ਨਰਸ ਲਾ ਦਿਓ। ਉਹਨੂੰ ਠੀਕ ਕਰਨ ਦੀ ਥਾਂ ਤੇ ਉਹ ਪੈਸਾ ਇੱਕ ਡੱਬਾ ਨੂੰਮਾ ਜਿਹੜੇ ਬਣੇ ਹੋਇਆ, ਕੋਈ ਕਚਹਿਰੀ 'ਚ ਬਣਿਆ, ਕੋਈ ਕਿੱਥੇ ਬਣਿਆ, ਲੋਕੇਸ਼ਨਾਂ ਵੀ ਨਹੀਂ ਸਹੀ ਹੈਗੀਆਂ। ਮਤਲਬ ਜਿਹੜਾ ਇਹਨਾਂ 20 ਲੱਖ ਰੁਪਏ ਇੱਕ ਮਹੱਲਾ ਕਲੀਨਿਕ ਦੇ ਤੇ 75 ਕੀ ਆ ਬਣਦੇ ਨੇ, ਉਸ ਹਿਸਾਬ ਦੇ ਨਾਲ 20 × 75 ਕਰਦੀ 15 ਕਰੋੜ ਰੁਪਇਆ ਬਣ ਗਿਆ। 15 ਕਰੋੜ ਦੀਆਂ ਜਿਹੜੀਆਂ ਪੁਰਾਣੀਆਂ ਡਿਸਪੈਂਸਰੀਆਂ ਚੱਲਦੀਆਂ ਉਹਨਾਂ ਤੇ ਦਵਾਈਆਂ ਬਹੁਤ ਵਧੀਆ, ਭਾਵੇਂ ਸਾਲ ਤੱਕ ਖਤਮ ਨਾ ਹੋਣਾ। ਇੱਕ ਸਕੀਮ ਹੈਗੀ ਆਪਣੀ ਸੈਂਟਰ ਦੀ ਸਕੀਮ ਹੁੰਦੀ ਹੈ ਨੈਸ਼ਨਲ ਹੈਲਥ ਮਿਸ਼ਨ, ਉਹਦਾ ਪੈਸਾ, ਉਹਦੇ ਪੈਸੇ ਲਾ ਕੇ ਸੇਵਾ ਕੇਂਦਰ ਨੂੰ ਕਨਵਰਟ ਕਰ ਰਿਹਾ ਮਹੱਲਾ। ਉਹ ਪੈਸਾ ਸੈਂਟਰ ਸਰਕਾਰ ਸਾਰੀਆਂ ਸਟੇਟਾਂ ਨੂੰ ਦਿੰਦੀ ਹੈ ਕਿ ਦਵਾਈਆਂ ਲਈ ਕੋਈ ਤੁਹਾਡੇ ਕੋਲ ਚੀਜ਼ਾਂ ਲਿਆਉਣੀਆਂ ਉਹਦੇ ਲਈ। ਉਹ ਜਿਹੜੀ ਡਿਸਪੈਂਸਰੀਆਂ 'ਚ ਦਵਾਈਆਂ ਆਉਣੀਆਂ ਸੀਗੀਆਂ, ਜਿਹੜੇ ਹਸਪਤਾਲਾਂ ਦੇ ਵਿੱਚ ਐਕਸਰੇ ਫਿਲਮਾਂ ਆਉਣੀਆਂ ਸੀ, ਦਵਾਈਆਂ ਆਉਣੀਆਂ ਸੀਗੀਆਂ, ਚੀਜ਼ਾਂ ਦਾ ਸੁਧਾਰ ਕਰਨਾ ਸੀ, ਉਹ ਇਹਨਾਂ ਨੇ ਇੱਧਰ ਡਾਇਵਰਟ ਕਰਤਾ। ਆਮ ਆਦਮੀ ਪਾਰਟੀ ਲਗਾਤਾਰ ਦਾਅਵੇ ਕਰ ਰਹੀ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਬਹੁਤ ਲੁੱਟਿਆ ਹੈਗਾ ਤੇ ਬੜੇ ਖਰਚ ਕੀਤੇ ਹੈਗੇ ਨੇ, ਤੇ ਸਾਡੀ ਜਿਹੜੀ ਸਰਕਾਰ ਆ ਉਹ ਖਜ਼ਾਨਾ ਬਚਾ ਰਹੀ ਆ। ਅਸੀਂ ਅਜਿਹਾ ਕੋਈ ਕੰਮ ਨਹੀਂ ਕਰ ਰਹੇ ਜਿਹੜਾ ਪੰਜਾਬ ਦੇ ਖਜ਼ਾਨੇ ਤੇ ਵਾਧੂ ਬੋਝ ਪਵੇ। ਲੇਕਿਨ RTI ਦੇ ਜ਼ਰੀਏ ਪਤਾ ਲੱਗ ਰਿਹਾ ਹੈਗਾ ਕਿ ਜੋ ਪਿਛਲੀਆਂ ਸਰਕਾਰਾਂ ਚੰਦ ਚਾੜ ਕੇ ਗਈਆਂ ਨੇ ਤੇ ਨਵੀਂ ਸਰਕਾਰ ਵੀ ਉਸੇ ਲੀਹਾਂ ਤੇ ਚੱਲ ਰਹੀ ਹੈ, ਭਗਵੰਤ ਮਾਨ ਦੀ ਸਰਕਾਰ। ਇਹ ਖੁਲਾਸਾ ਕੀਤਾ ਹੈਗਾ RTI ਐਕਟਿਵਿਸਟ ਮਾਨਿਕ ਗੋਇਲ ਹੋਣਾ, ਜਿਨ੍ਹਾਂ ਨੇ ਲਗਾਤਾਰ RTI ਹਾਸਲ ਕਰਕੇ ਸਰਕਾਰ ਇਸ ਦੀ ਵੀ ਪੋਲ ਖੋਲ੍ਹ ਦਿੱਤੀ ਹੈ ਕਿ ਜੇ ਪਿਛਲੀਆਂ ਸਰਕਾਰਾਂ ਪੰਜਾਬ ਨੂੰ ਲੁੱਟ ਕੇ ਗਈਆਂ ਹੈਗੀਆਂ ਤੇ ਮੌਜੂਦਾ ਸਰਕਾਰ ਵੀ ਉਹਨਾਂ ਨਾਲੋਂ ਘੱਟ ਨਹੀਂ ਆ। ਤੇ ਗੱਲਬਾਤ ਕਰਦੇ ਹਾਂ ਮਾਨਿਕ ਗੋਇਲ ਦੇ ਨਾਲ। ਮਾਨਿਕ, ਕਿੰਨੀਆਂ ਹੋ ਗਈਆਂ ਸਰਕਾਰ ਦੇ ਜਾਣਕਾਰੀ ਲਿਆ RTI ਤੇ ਕੀ ਕੁਝ ਪਤਾ ਲੱਗ ਗਿਆ? ਦੇਖੋ ਜੀ, RTI ਦਾ ਤਾਂ ਇੱਦਾਂ ਵੀ ਜਦੋਂ ਕੋਈ ਜਾਣਕਾਰੀ ਲੱਗਦੀ ਹੈ ਵੀ ਇੱਥੇ ਗੜਬੜੀ ਆ, ਪੁੱਛ ਲਈਦਾ ਜਾਣਕਾਰੀ ਵੀ ਭਾਈ ਇਹ ਠੀਕ ਹੈ। ਬਾਕੀ ਹੁਣ ਕੀ ਹੋ ਗਿਆ, RTI ਥੋੜ੍ਹੀ ਜਿਹੀ ਇਹਨਾਂ ਨੇ ਟਾਈਟ ਕਰਤੀ। ਆ ਜਿਹੜੀ ਹੁਣ ਵਾਲੀ RTI ਆ ਇਹ ਵੀ 5 ਮਹੀਨੇ ਬਾਅਦ ਮਿਲੀ ਹੈ। ਇਹ ਮੇਰੀ 25 ਮਾਰਚ ਦੀ RTI ਪਾਈ ਹੋਈ ਹੈ। ਪਹਿਲਾਂ PI ਉਹਨਾਂ ਨੇ ਜਵਾਬ ਦਿੱਤਾ, ਫਿਰ ਜੋ ਫਸਟ ਅਪੀਲ ਪਾਈ ਐਪਲੇਟ ਅਥਾਰਟੀ ਨੇ ਕੋਈ ਜਵਾਬ ਨਹੀਂ ਦਿੱਤਾ। ਫਿਰ ਜਦੋਂ ਇਨਫੋਰਮੇਸ਼ਨ ਕਮਿਸ਼ਨ 'ਚ ਗਏ, ਸਟੇਟ ਇਨਫੋਰਮੇਸ਼ਨ ਕਮਿਸ਼ਨ 'ਚ, ਉੱਥੇ ਉਹਨਾਂ ਦਾ ਜਦੋਂ ਆਇਆ ਵੀ ਭਾਈ ਇਸ ਦਿਨ ਤੁਹਾਡੀ ਪੇਸ਼ੀ ਹੈ, ਫਿਰ ਇਹਨਾਂ ਨੇ ਭੇਜੇ ਆ ਇਹ। ਮਤਲਬ ਇੱਕ ਜਿਹੜਾ ਕੋਈ ਬੰਦਾ, ਵੈਸੇ RTI ਕਾਨੂੰਨ ਬਣਿਆ ਸੀਗਾ ਕਿ ਕੋਈ ਆਮ ਬੰਦਾ ਕਾਗਜ਼ 'ਤੇ ਲਿਖ ਕੇ ਕਿਸੇ PIO ਤੋਂ ਜਾਣਕਾਰੀ ਮੰਗੇ ਤੇ ਉਹਨੂੰ 30 ਦਿਨ ਦੇ ਵਿੱਚ ਦੇਣੀ ਚਾਹੀਦੀ ਹੈ। ਹੁਣ ਜੇ ਕੋਈ ਬੰਦਾ ਜਾਣਕਾਰੀ ਮੰਗੂਗਾ, ਕਿਹਨੇ ਫਸਟ ਅਪੀਲ ਪਾਉਣੀ ਹੈ, ਕਿਹਨੇ ਅੱਗੇ ਇਨਫੋਰਮੇਸ਼ਨ ਕਮਿਸ਼ਨ 'ਚ ਜਾਣਾ, 99% ਚੀਜ਼ਾਂ ਆਈ ਛੱਡੀਆਂ ਜਾਂਦੀਆਂ। ਜਦੋਂ ਕਿ ਪਹਿਲਾਂ ਇਹ ਟਰਾਂਸਪੇਰੈਂਸੀ ਦੀ ਗੱਲ ਕਰਦੇ ਸੀ ਕਿ ਅਸੀਂ ਬੜੇ ਟਰਾਂਸਪੇਰੈਂਟ ਹਾਂ। ਹੁਣ ਇਹ ਟਰਾਂਸਪੇਰੈਂਸੀ ਕਿੱਧਰ ਗਈ? ਤੁਹਾਡੀ ਸਰਕਾਰ ਆਈ ਹੈ, ਤੁਸੀਂ ਤੇ ਸਾਰੇ ਜਿਹੜੇ PIOs ਨੇ, ਤੁਹਾਡੇ ਜਿਹੜੇ ਜਾਣਕਾਰੀ ਦੇਣ ਵਾਲੇ ਸੂਚਨਾ ਅਫਸਰ ਨੇ, ਉਹਨਾਂ ਨੂੰ ਡਾਇਰੈਕਟ ਕਰੋ ਵੀ ਯਾਰ ਜਾਣਕਾਰੀ ਤੁਸੀਂ ਛੇਤੀ ਤੋਂ ਛੇਤੀ ਦੇਣੀ ਹੈ। 30 ਦਿਨ ਦਾ ਟਾਈਮ ਤੁਸੀਂ ਪਹਿਲਾਂ ਦਿਓ। ਪਰ ਇਹ ਤਾਂ ਉਲਟਾ 5-5 ਮਹੀਨਿਆਂ ਬਾਅਦ RTI ਮਿਲ ਰਹੀਆਂ। ਅੱਛਾ, ਹੁਣ ਕਿਹੜੀ RTI ਜਿਹਦੇ 'ਚ ਪਤਾ ਲੱਗਾ ਕਿ ਸਰਕਾਰ ਆਪਣੇ ਆਪ 'ਚ ਤਾਂ ਕਹਿ ਰਹੀ ਅਸੀਂ ਪੈਸੇ ਬਚਾ ਰਹੇ ਹਾਂ, ਪਰ ਪਤਾ ਲੱਗਾ ਕਿ ਸਰਕਾਰ ਨੇ ਪੈਸੇ ਬਚਾਏ ਨਹੀਂ, ਪੈਸੇ ਉਡਾਏ ਨੇ? ਇਹ ਜੀ ਜਿਹੜੀ RTI ਦੀ ਮੈਂ ਗੱਲ ਕਰਦਾ ਪਿਆ, ਇਹ ਆਮ ਆਦਮੀ ਪਾਰਟੀ ਨੂੰ 10 ਤਰੀਕ ਨੂੰ ਉਦੋਂ ਰਿਜ਼ਲਟ ਆਇਆ, 10 ਮਾਰਚ ਨੂੰ। ਆਮ ਆਦਮੀ ਪਾਰਟੀ ਨੇ 13 ਤਰੀਕ ਨੂੰ ਇੱਕ ਜਸ਼ਨ ਬਣਾਇਆ ਸੀਗਾ, ਵਿਕਟਰੀ ਮਾਰਚ ਕੱਢਿਆ ਸੀਗਾ, ਜਿਹਨੂੰ ਕਹਿੰਦੇ ਸੀ ਵਿਜੇ ਮਾਰਚ। ਵਿਜੇ ਯਾਤਰਾ ਕੱਢੀ ਸੀ 13 ਤਰੀਕ ਨੂੰ, 13 ਮਾਰਚ ਨੂੰ ਅੰਮ੍ਰਿਤਸਰ 'ਚ, ਜਿਹਦੇ 'ਚ ਸਾਰੇ ਇਹਨਾਂ ਨੇ ਪੰਜਾਬ 'ਚੋਂ
PRTC ਬੱਸਾਂ ਤੇ ਆਪਦੇ ਵਲੰਟੀਅਰ ਬੁਲਾਏ ਸੀ, ਪਲੱਸ ਉੱਥੇ ਅਰਵਿੰਦ ਕੇਜਰੀਵਾਲ ਜੀ ਆਏ ਸੀ, ਭਗਵੰਤ ਮਾਨ ਜੀ ਆਏ ਸੀ, ਤੇ ਉੱਥੇ ਜਿੱਤ ਦਾ ਜਸ਼ਨ ਮਨਾਇਆ ਗਿਆ ਸੀ। ਠੀਕ ਹੈ, ਬਣਾ ਲਓ, ਸਾਨੂੰ ਕੋਈ ਦਿੱਕਤ, ਕਿਸੇ ਨੂੰ ਕੀ ਦਿੱਕਤ ਹੋ ਸਕਦੀ ਹੈ, ਐਡੀ ਵੱਡੀ ਜਿੱਤ ਮਿਲੀ ਹੈ, ਜਸ਼ਨ ਮਨਾਓ। ਪਰ ਮੇਰੇ ਦਿਮਾਗ 'ਚ ਸਵਾਲ ਸੀ ਕਿ ਜਿਹੜੀਆਂ PRTC ਬੱਸਾਂ ਬੁਲਾਈਆਂ ਨੇ ਉਸ ਦਿਨ ਅੱਡੇ ਵੀ ਖਾਲੀ ਸੀ, ਬੱਸ ਅੱਡੇ ਖਾਲੀ ਸੀਗੇ, ਲੋਕ ਖੱਜਲ ਹੁੰਦੇ ਪਏ ਸੀ, ਉਹ ਤਾਂ ਗਲਤ ਹੈਗਾ ਹੀ ਹੈ। ਚਲੋ, ਉਦੋਂ ਇਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਆਪਦੀ ਜੇਬ 'ਚੋਂ ਖਰਚ ਕੀਤਾ ਹੈਗਾ ਇਹ ਬੱਸਾਂ ਦਾ। ਮੇਰੇ ਮਨ 'ਚ ਇਹ ਸੀਗਾ ਵੀ ਬੱਸਾਂ ਦਾ ਖਰਚ ਵੀ ਪਤਾ ਲੱਗ ਜੂਗਾ, ਤੇ ਪਲੱਸ ਜਿਹੜਾ ਇਹਨਾਂ ਨੇ ਅੰਮ੍ਰਿਤਸਰ ਖਰਚ ਕੀਤਾ, ਪਰ ਇਹਨਾਂ ਦੀ ਪਾਰਟੀ ਦਾ ਫੰਕਸ਼ਨ ਹੈਗਾ, ਭਗਵੰਤ ਮਾਨ ਜੀ ਨੇ ਸਹੁੰ ਅਗਲੇ ਦਿਨ ਚੱਕੀ ਹੈ, ਵੀ ਕਿਤੇ ਇਹ ਖਰਚਾ ਵੀ ਤਾਂ ਸਰਕਾਰ ਦੇ ਉਹ 'ਚੋਂ ਤਾਂ ਨਹੀਂ ਕੀਤਾ ਗਿਆ। 25 ਤਰੀਕ ਨੂੰ RTI ਪਾਈ, ਉਹ ਜਵਾਬ 5 ਮਹੀਨਿਆਂ ਬਾਅਦ ਮਿਲਿਆ, ਜਿਹੜੀ ਆਪਾਂ ਗੱਲ ਪਹਿਲਾਂ ਕਰਕੇ ਹਟੇ ਹਾਂ। ਉਹਦੇ 'ਚ ਖੁਲਾਸਾ ਹੋਇਆ ਵੀ ਜਿਹੜਾ ਉਸ ਦਿਨ ਇਹਨਾਂ ਨੇ ਕੁਛ ਘੰਟੇ ਲਈ ਉੱਥੇ ਦਿੱਲੀ ਦੀ ਲੀਡਰਸ਼ਿਪ ਇਹਨਾਂ ਦੀ 5 ਸਟਾਰ ਹੋਟਲ ਦੇ ਵਿੱਚ ਆ ਕੇ ਰੁਕੀ ਜੀ, ਕੁਛ ਘੰਟੇ ਲਈ ਰੁਕੀ। ਕੁਛ ਮਿਲਣਾ ਹੋ ਸਕਦਾ ਉਦੋਂ ਵੀ ਘੱਟ ਟਾਈਮ ਹੋਵੇ, ਕਿਉਂਕਿ ਉਹ ਕੁੱਲ ਮਾਰਚ ਹੀ 2-3 ਘੰਟਿਆਂ ਦਾ ਸੀਗਾ। ਉਦੋਂ 1.5 ਲੱਖ ਰੁਪਈਆ ਇਹਨਾਂ ਦਾ, ਕਰੀਬ 1.5 ਲੱਖ ਰੁਪਈਆ ਉਸ ਦਿਨ 5 ਸਟਾਰ ਹੋਟਲ ਦਾ ਬਿੱਲ ਹੈਗਾ, ਖਾਣ ਪੀਣ ਦਾ ਤੇ ਰਹਿਣ ਦਾ। ਗੱਲਾਂ ਇਹ ਆਮ ਆਦਮੀ ਦੀਆਂ ਕਰਦੇ ਆ। ਉਸੇ ਤਰੀਕੇ ਜਿਹੜੇ ਇਹਨਾਂ ਦੀ ਲੀਡਰਸ਼ਿਪ ਦੇ ਸਵਾਗਤ ਲਈ ਫੁੱਲ ਵਰਤੇ ਗਏ, ਉਹਨਾਂ ਦੇ ਗੱਡੀਆਂ ਸਜਾਵਟ ਕੀਤੀ ਗਈ, ਰੋਡ ਤੇ ਲਗਾਏ ਗਏ ਫੁੱਲ, ਉਹਦਾ ਖਰਚਾ ਕੀਤਾ 4,83,000 ਰੁਪਈਆ। ਇਸੇ ਤਰੀਕੇ ਆਪਣਾ ਕਰੀਬ 50,000 ਦੇ ਕਰੀਬ 2 ਟੀਮਾਂ ਬੁਲਾਈਆਂ ਗਈਆਂ ਯੂਥ ਕਲਚਰ ਦੀਆਂ, ਜਿਹੜੀਆਂ ਭੰਗੜੇ ਵਾਲੀਆਂ, ਢੋਲੀ, 50,000 ਰੁਪਏ ਉਹਦਾ ਬਿੱਲ ਪਾਇਆ ਹੋਇਆ। ਸਟੂਡੀਓ ਵਾਲੇ ਬੁਲਾਏ ਗਏ, ਕੈਮਰਾਮੈਨ, ਉਹਦਾ 17,500 ਉਹਦਾ ਪਾਇਆ ਹੋਇਆ। ਉਸ ਤੋਂ ਇਲਾਵਾ ਫਲੈਕਸਾਂ ਲਗਾਈਆਂ ਗਈਆਂ 42,000 ਦੀਆਂ, ਉਹ ਫਲੈਕਸਾਂ। ਤੇ ਉਸ ਤੋਂ ਆਮ ਆਦਮੀ ਪਾਰਟੀ ਦਾ ਜਸ਼ਨ ਹੈ, ਉਹ ਸਰਕਾਰੀ ਖਜ਼ਾਨੇ ਤੇ ਕਿੰਨਾ ਮਹਿੰਗਾ ਪਿਆ ਟੋਟਲ? ਇਹ ਸਾਰਾ ਖਰਚ ਜੀ, ਮਤਲਬ ਇਹ ਤਾਂ ਮੈਂ ਤੁਹਾਨੂੰ ਦੱਸ ਰਿਹਾ, ਫੁਲਕਾਰੀਆਂ ਜਿਹੜੀਆਂ ਦਿੱਤੀਆਂ ਸੀ ਉਹ ਵੀ 18,000 ਦੀਆਂ ਸਰਕਾਰ ਦੇ ਪੱਲਿਓਂ ਹੀ। ਕਿੰਨੀਆਂ ਫੁਲਕਾਰੀਆਂ ਦਿੱਤੀਆਂ ਸੀ? ਫੁਲਕਾਰੀਆਂ ਇਹਨਾਂ ਨੇ ਫੁਲਕਾਰੀਆਂ ਦਾ ਬਿੱਲ ਪਾਇਆ ਹੋਇਆ, ਕਿੰਨੀਆਂ ਇਹ ਤਾਂ ਲਿਖਿਆ ਨਹੀਂ, ਪਰ 18,000 ਦੀਆਂ ਫੁਲਕਾਰੀਆਂ ਤੇ 골ਡ ਪਲੇਟਡ ਤਲਵਾਰਾਂ, 4 ਤਲਵਾਰਾਂ 골ਡ ਪਲੇਟਡ 34,000 ਰੁਪਏ ਦੀਆਂ। ਮਤਲਬ ਗਿਫਟ ਵੀ ਸਰਕਾਰੀ ਖਜ਼ਾਨੇ 'ਚੋਂ। ਕੁੱਲ ਇਹਨਾਂ ਨੇ 15 ਲੱਖ ਰੁਪਈਆ ਕੁਛ ਘੰਟਿਆਂ ਦਾ ਉਹ ਪਾਰਟੀ ਦਾ ਫੰਕਸ਼ਨ ਸੀਗਾ, ਸਾਰਾ ਸਰਕਾਰੀ ਖਜ਼ਾਨੇ 'ਚੋਂ A to Z। ਤੇ ਸਰਕਾਰ ਹੋ ਗਈ ਕਿ ਇੱਕ ਦਾਅਵਾ ਕਰਦੀ ਕਿ ਸਾਡੀ ਪਾਰਟੀ ਦਾ ਪ੍ਰੋਗਰਾਮ, ਹੁਣ ਇਹ ਪਤਾ ਲੱਗਿਆ ਨਹੀਂ ਸਰਕਾਰ ਦਾ ਸੀ, ਸਹੁੰ ਚੁੱਕਣ ਤੋਂ ਪਹਿਲਾਂ ਇਹਨਾਂ ਪੈਸਾ ਖਰਚ ਕਰਤਾ। ਹਾਂਜੀ, ਵੱਡੀ ਗੱਲ ਇਹ ਹੈ ਵੀ ਸਹੁੰ 16 ਤਰੀਕ ਨੂੰ ਚੱਕੀ ਆ, 16 ਮਾਰਚ ਨੂੰ ਭਗਵੰਤ ਮਾਨ ਜੀ ਨੇ ਖਟਕੜ ਕਲਾਂ ਸਹੁੰ ਚੁੱਕੀ ਹੈ। ਫੰਕਸ਼ਨ ਪਾਰਟੀ ਦਾ ਇਹ 13 ਤਰੀਕ ਨੂੰ ਸੀਗਾ। ਮਤਲਬ ਤੁਸੀਂ ਸਹੁੰ ਚੱਕਣ ਤੋਂ ਪਹਿਲਾਂ ਸਰਕਾਰੀ ਪੈਸਾ ਕਿਵੇਂ ਵਰਤ ਸਕਦੇ ਹੋ? ਦੂਜੀ ਗੱਲ, ਪਾਰਟੀ ਦੇ ਫੰਕਸ਼ਨ ਤੇ ਸਰਕਾਰੀ ਪੈਸਾ ਕਿਵੇਂ ਵਰਤ ਸਕਦੇ ਹੋ? ਫਿਰ ਤੁਸੀਂ ਗੱਲਾਂ ਕਰਦੇ ਹੋ ਕਿ ਅਸੀਂ ਐਥੀਕਲੀ ਬੜੇ ਸਹੀ ਆਂਗੇ, ਅਸੀਂ ਕੁਝ ਗਲਤ ਨਹੀਂ ਕਰਦੇ। ਯਾਰ ਗਲਤੀ ਤਾਂ ਹੈਗਾ, ਤੁਹਾਡੀ ਪਾਰਟੀ ਦਾ ਫੰਕਸ਼ਨ ਹੈ, ਤੁਸੀਂ ਪਾਰਟੀ ਫੰਡ 'ਚ ਲਾਓ ਪੈਸੇ, ਸਰਕਾਰ ਦੇ ਪੈਸੇ ਕਿਉਂ ਲਾ ਰਹੇ ਹੋ? ਤੁਸੀਂ ਸਹੁੰ ਨਹੀਂ ਚੱਕੀ। ਉਹ ਜਿਹੜੇ ਉੱਥੇ ਜਗਤਾਰ ਜੀ, ਜਿਹੜੇ ਉੱਥੇ ਅਫਸਰ ਨੇ ਨਾ ਅੰਮ੍ਰਿਤਸਰ, ਉਹਨਾਂ ਤੇ ਵੀ ਸਵਾਲ ਉੱਠੂਗਾ ਇਹ ਵੀ ਸਰਕਾਰ ਬਣੀ ਨਹੀਂ, ਸਹੁੰ ਚੱਕੀ ਨਹੀਂ ਗਈ ਤੁਸੀਂ, ਇਹ ਕਿਹਦੇ ਕਹੇ ਤੇ ਪੈਸੇ ਵਰਤੇ ਗਏ? ਉਹ ਵੀ ਪਾਰਟੀ ਦੇ ਫੰਕਸ਼ਨ ਲਈ ਸਰਕਾਰੀ ਪੈਸਾ ਕਿਉਂ ਵਰਤਿਆ ਗਿਆ? ਇਸ ਤੋਂ ਇਲਾਵਾ ਜਿਹੜੀ ਬੱਸਾਂ ਆਈਆਂ ਸੀ ਉਹ ਹਜੇ ਟਲੀ ਜਾਂਦੇ ਨੇ, ਉਹ ਬੱਸਾਂ ਸਾਰਾ ਖਰਚਾ PRTC ਦਾ, ਉਹ ਸਾਰਾ ਸਰਕਾਰੀ ਖਜ਼ਾਨੇ ਤੇ ਖਰਚਾ ਭਰ ਪਿਆ। ਉਸ ਤੋਂ ਇਲਾਵਾ ਤੁਹਾਨੂੰ ਦੱਸਦੇ ਜੀ, ਜਿਹੜੇ ਨਾ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਹਨਾਂ ਨੂੰ ਆਹ ਆਰਡਰ ਦਿੱਤਾ ਹੋਇਆ, DC ਨੂੰ 2 ਲੱਖ ਰੁਪਈਆ ਕਰੀਬ ਦਿੱਤਾ ਗਿਆ ਹਰ ਇੱਕ ਜ਼ਿਲ੍ਹੇ ਦੇ ਵਿੱਚ। ਜਿਹੜੇ ਵੋਲੰਟੀਅਰ ਇਹਨਾਂ ਨੇ ਸਾਰੇ ਬੁਲਾਏ ਸੀ PRTC ਬੱਸਾਂ ਵਿੱਚ, ਉਹਨਾਂ ਦੇ ਖਰਚ ਲਈ ਇਹਨਾਂ ਨੇ ਤਾਂ ਆਹ ਪਟਿਆਲੇ ਦਾ ਬਿੱਲ ਹੈਗਾ ਉਸ ਦਿਨ 13 ਤਰੀਕ ਦਾ, ਇਹਨਾਂ ਦੇ ਵੋਲੰਟੀਅਰਸ ਲਈ ਜਿਹੜੇ ਫੂਡ ਦੇ ਪੈਕਟ ਸੀਗੇ, ਜਿਹੜਾ ਖਾਣ ਪੀਣ ਦਾ ਸਿਸਟਮ ਸੀ, ਉਹ ਵੀ ਸਰਕਾਰੀ ਖਜ਼ਾਨੇ 'ਚੋਂ ਕੀਤਾ। ਤੁਸੀਂ ਇਹ ਦੇਖ ਲਓ, ਇਹ ਹੈਗਾ 3425 ਕੁਆਂਟੀਟੀ ਹੈਗੀ ਫੂਡ ਦੇ ਪੈਕਟਸ ਦੀ, ਤੇ 2,39,750 ਦਾ ਖਰਚਾ ਹੈ। ਇਸੇ ਤਰੀਕੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਦਾਂ ਹੀ ਹੋਇਆ। ਮਤਲਬ ਤੁਸੀਂ ਦੇਖੋ, ਫੂਡ ਦੇ ਬਿੱਲ ਤੋਂ ਲੈ ਕੇ, ਖਾਣ ਪੀਣ ਤੋਂ ਲੈ ਕੇ, ਵਲੰਟੀਅਰਾਂ ਨੂੰ ਬੱਸਾਂ ਦੇ ਵਿੱਚ ਲਿਆਉਣ ਤੋਂ ਲੈ ਕੇ, ਇਹ 15 ਲੱਖ ਤੋਂ ਲੈਦਾ ਹੈ। ਇਹ 15 ਲੱਖ ਤੋਂ ਲੈਦਾ ਜੀ। ਮਤਲਬ ਜੇ ਇੱਕ ਜ਼ਿਲ੍ਹੇ ਦਾ 2 ਲੱਖ, ਬਾਕੀ ਜ਼ਿਲ੍ਹਿਆਂ ਦਾ ਵੀ ਇਹਨਾਂ ਹੋਊਗਾ। 2 ਲੱਖ ਰੁਪਏ ਸਾਰੇ ਜ਼ਿਲ੍ਹਿਆਂ ਨੂੰ ਇਹਨਾਂ ਨੇ ਕੀਤਾ ਵੀ 2 ਲੱਖ ਰੁਪਇਆ ਤੁਸੀਂ ਇਹ ਤੇ ਖਰਚਾ ਕਰੋ, ਸਾਰਿਆਂ ਨੂੰ 2-2 ਲੱਖ ਰੁਪਇਆ, 2 ਲੱਖ ਕਮਿਸ਼ਨਰ ਪਟਿਆਲਾ, ਬਰਨਾਲਾ, ਇਸ ਤਰੀਕੇ ਨਾਲ ਸਾਰਿਆਂ ਨੂੰ 2-2 ਲੱਖ ਰੁਪਇਆ, ਸਾਰੇ ਜ਼ਿਲ੍ਹਿਆਂ ਨੂੰ। ਇਹ ਉਹ ਤੇਲ ਵੱਖਰਾ, ਆਹ ਖਰਚ ਵੱਖਰਾ। ਬੱਸਾਂ ਦਾ ਜਿਹੜਾ ਨੁਕਸਾਨ ਹੋਇਆ ਉਸ ਦਿਨ, ਇਹਨਾਂ ਨੇ ਬੱਸਾਂ ਜਿਹੜੀਆਂ ਰੂਟਾਂ 'ਤੇ ਚੱਲਣੀਆਂ ਸੀ ਉਹ ਹਟਾ ਕੇ ਪਾਰਟੀ ਦੇ ਫੰਕਸ਼ਨ ਲਈ ਬੁਲਾਈਆਂ। ਉਹ ਪਹਿਲਾਂ ਤਾਂ ਟਿਕਟਾਂ ਜਿਹੜੀਆਂ ਲੋਕਾਂ ਨੇ ਲਾਉਣੀਆਂ ਸੀ ਉਹ ਨੁਕਸਾਨ ਹੋਇਆ, ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗਿਆ। ਉਸ ਤੋਂ ਬਾਅਦ ਜਿਹੜਾ ਡੀਜ਼ਲ ਦਾ ਖਰਚਾ ਉਹ ਸਰਕਾਰੀ ਖਜ਼ਾਨੇ 'ਚ ਪਾਇਆ, ਦੂਰਾ ਨੁਕਸਾਨ ਹੋ ਗਿਆ ਨਾ। ਤੀਜਾ, ਜਿਹੜਾ ਲੋਕ ਉੱਥੇ ਖੱਜਲ ਹੋਏ, ਪਿੰਡਾਂ 'ਚ ਜਾਣਾ, ਕਿਸੇ ਨੇ ਸ਼ਹਿਰ 'ਚ ਜਾਣਾ, ਉਹ ਜਿਹੜੇ ਬੱਸਾਂ ਉੱਥੇ ਇਕੱਲੀਆਂ ਪ੍ਰਾਈਵੇਟ ਬੱਸਾਂ ਦੇ ਸਿਰ ਤੇ ਰਹਿ ਗਏ, ਉਹ ਟਾਈਮ ਦਾ ਗੈਪ ਪੈ ਗਿਆ, ਲੋਕ ਅੱਡਿਆਂ 'ਚ ਖੱਜਲ ਹੁੰਦੇ ਰਹੇ। ਤੀਜਾ ਨੁਕਸਾਨ ਉਹ ਸਿਰਫ ਇਸੇ ਕਰਕੇ ਵੀ ਅਸੀਂ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਉਹ ਉੱਥੇ ਬੁਲਾ ਕੇ ਉੱਥੇ ਕੱਟ ਦਿਖਾਉਣਾ। ਇਸੇ ਤਰ੍ਹਾਂ ਤੁਹਾਡੀ ਇੱਕ RTI ਉਹ ਵੀ ਸਾਹਮਣੇ ਆਈ ਕਿ ਜਿਹੜੇ ਮਹੱਲਾ ਕਲੀਨਿਕ ਸੇਵਾ ਕੇਂਦਰਾਂ ਤੋਂ ਬਾਅਦ ਮਹੱਲਾ ਕਲੀਨਿਕ ਤਬਦੀਲ ਕਰਤੇ, ਔਰ ਭਗਵੰਤ ਮਾਨ ਕਹਿੰਦੇ ਕਿ ਕਿਹੜੀ ਸੁਖਬੀਰ ਬਾਦਲ ਦੇ ਬਾਪੂ ਦੀ ਜਗੀਰ ਹੈ ਤੇ ਪੰਜਾਬ ਸਰਕਾਰ ਦਾ ਪੈਸਾ ਲੱਗਾ। ਉਹ ਬਾਪੂ ਦੀ ਜਗੀਰ ਤੇ ਜਿਹੜਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕਿੰਨੇ ਪੈਸੇ ਲਾਤੇ? ਉਹ ਜੀ ਟੈਂਡਰ ਦੇ ਕਾਗਜ਼ ਸੀਗੇ, ਉਹਦੇ 'ਚ ਆਪਣੇ ਜਦੋਂ ਇਹ ਕਹਿ ਰਹੇ ਸੀ ਵੀ ਸੁਖਬੀਰ ਬਾਦਲ ਦੇ ਕਿਹੜਾ ਬਾਪੂ ਦੇ ਲਾਏ ਹੋਇਆ, ਨਹੀਂ ਲਾਏ, ਬਾਪੂ ਦੇ ਕਿਸੇ ਦੇ ਵੀ ਨਹੀਂ ਲਾਏ ਹੁੰਦੇ, ਉਹ ਸਰਕਾਰ ਦੇ ਪੈਸੇ ਲੱਗੇ ਸੀ। ਪਰ ਇਹ ਤਾਂ ਦੇਖੋ ਵੀ ਸਰਕਾਰ ਨੇ 5 ਸਾਲ ਪਹਿਲਾਂ ਉਹ ਬਣਾਏ ਸੀ ਕਮਰੇ, ਇੱਕ ਕਮਰਾ, ਉਹ
ਇੱਕ ਕਮਰੇ ਦਾ ਉਹ ਸੇਵਾ ਕੇਂਦਰ ਸੀਗਾ, ਸਾਰਾ ਕੁਝ ਲੱਗਿਆ ਹੋਇਆ ਸੀ, ਏਸੀ ਤੋਂ ਲੈ ਕੇ ਕੈਮਰੇ, ਛੱਤ ਵਧੀਆ ਬਣੀ ਹੋਈ ਸੀ, ਫਰਸ਼ ਵਧੀਆ ਲੱਗਿਆ ਸੀ, ਫਰਨੀਚਰ ਲੱਗਿਆ ਸੀ, ਉਹਦੇ 'ਚ ਇੰਟਰਨੈਟ ਸਿਸਟਮ ਲੱਗਿਆ ਸੀ, ਜਨਰੇਟਰ ਲੱਗਿਆ ਸੀ। 5 ਸਾਲਾਂ 'ਚ ਜਗਤਾਰ ਜੀ ਕੀ ਹੋ ਜਾਂਦਾ? ਕਮਰੇ ਨੂੰ ਕੁਝ ਹੁੰਦਾ ਨਹੀਂ, ਜਿੰਨਾ ਮਰਜ਼ੀ ਖੰਡਰ ਬਣ ਜੇ। ਇਹ ਕਹਿੰਦੇ ਜੀ ਅਸੀਂ ਉਹ ਕਮਰੇ ਨੂੰ ਰੈਨੋਵੇਟ ਕਰਨ ਤੇ, ਉਹ 'ਤੇ ਰੰਗ ਮਾਰਨ ਤੇ ਜਾਂ ਵਿੱਚੋਂ ਕੁਝ ਸੈਟਿੰਗ ਕਰਨ ਤੇ 18 ਤੋਂ 20 ਲੱਖ ਰੁਪਏ ਲਾ ਰੱਖਿਆ। ਹਰ ਇੱਕ ਸੇਵਾ ਕੇਂਦਰ ਜਿਹਨੂੰ ਇਹਨਾਂ ਨੇ ਰੈਨੋਵੇਟ ਕਰਕੇ ਮੁਹੱਲਾ ਕਲੀਨਿਕ ਲਿਖਣਾ ਹੈਗਾ, ਉਹ 'ਤੇ 18 ਤੋਂ 20 ਲੱਖ ਰੁਪਏ ਖਰਚ ਹੋਇਆ। ਇੰਨਾ ਖਰਚ ਕਿਵੇਂ ਹੋ ਸਕਦਾ? ਇਹ ਵੀ ਤਾਂ ਇਨਕੁਆਇਰੀ ਦਾ ਵਿਸ਼ਾ ਹੀ ਹੈ ਨਾ, ਵੀ ਕਿਵੇਂ ਪੋਸੀਬਲ ਹੈ ਇਹ। ਉੱਧਰੋਂ ਜਿਹੜੀਆਂ ਤੁਹਾਡੇ ਹਸਪਤਾਲ ਨੇ ਉਹਨਾਂ 'ਚ ਦਵਾਈਆਂ ਨਹੀਂ ਹੈਗੀਆਂ, ਕਿਤੇ ਤੁਹਾਡੇ ਬੇਸਿਕ ਦਵਾਈਆਂ ਜਿਹੜੀਆਂ ਐਸੈਂਸ਼ੀਅਲ ਆਪਣੀਆਂ ਮੈਡੀਸਨ ਹੁੰਦੀਆਂ ਨੇਗੀਆਂ, ਪੈਰਾਸੀਟਾਮੋਲ, ਸਿਰ ਦੀ ਖੰਘ ਦੀ ਦਵਾਈ, ਉਹ ਵੀ ਨਹੀਂ ਹੈਗੀ। ਐਕਸਰੇ ਕਰਾਉਣ ਜਾਓ, ਹਸਪਤਾਲ ਵਧੀ ਜਾਂਦੇ ਆ ਵੀ ਐਕਸਰੇ ਫਿਲਮ ਨਹੀਂ ਹੈਗੀ ਜੀ, ਫੋਨ 'ਚ ਪਵਾ ਕੇ ਲੈ ਜਾਓ। ਮਤਲਬ ਤੁਸੀਂ ਸਕਰੀਨ ਤੋਂ ਫੋਟੋ ਖਿੱਚ ਲਓ, ਫਿਲਮ ਨਹੀਂ ਹੈਗੀ ਐਕਸਰੇ ਵਾਲੀ। ਇਹਨਾਂ ਤੁਸੀਂ ਬੁਰਾ ਹਾਲ ਕਰੀਏ ਨਾ, ਜਿਹੜਾ ਪੈਸਾ ਤੁਹਾਡਾ ਆ ਰਿਹਾ ਦਵਾਈਆਂ ਵਾਸਤੇ, ਉਹ ਤੁਸੀਂ ਇੱਧਰ ਆਪਦੇ ਖਰਾਬ ਕਰੀਏ ਨੇ, ਸਿਰਫ ਇਹ ਦਿਖਾਉਣ ਲਈ ਕਿ ਦਿੱਲੀ ਮਾਡਲ ਹੈ ਇਹ ਸਾਡਾ। ਨਾਲੇ ਪੰਜਾਬ 'ਚ ਜਗਤਾਰ ਜੀ ਮੁਹੱਲਾ ਕਲੀਨਿਕ ਦਾ ਲੈਣਾ ਦੇਣਾ ਹੀ ਨਹੀਂ ਕੁਛ ਹੈਗਾ। ਪੰਜਾਬ ਦਾ ਸਿਸਟਮ ਆਲਰੇਡੀ ਐਡਾ ਵੱਡਾ ਹੈਗਾ। ਮੈਂ ਤੁਹਾਨੂੰ ਦੱਸਦਾ, ਜਿਹੜਾ ਪੰਜਾਬ ਦਾ ਸਿਸਟਮ ਹੈ ਨਾ, ਪੰਜਾਬ ਦਾ ਹੈਲਥ ਸਿਸਟਮ ਬਹੁਤ ਵੱਡਾ ਹੈ ਜੀ। ਪੰਜਾਬ ਦੇ ਵਿੱਚ ਆਪਣੇ ਜਿਹੜੀ ਹੈਗੇ ਆ 23 ਡਿਸਟ੍ਰਿਕਟ ਹੌਸਪੀਟਲ ਨੇ, ਆਪਣੇ 120 ਸਬ ਡਿਵੀਜ਼ਨ ਹੌਸਪੀਟਲ ਨੇ, ਕਮਿਊਨਿਟੀ ਹੈਲਥ ਸੈਂਟਰ 500 PHC ਪ੍ਰਾਇਮਰੀ ਹੈਲਥ ਸੈਂਟਰ, 1200 ਡਿਸਪੈਂਸਰੀਆਂ, 6000 HWC, 7 ਲੇਅਰ ਸਿਸਟਮ ਹੈ ਇਹ ਆਪਣੇ ਬਣਿਆ ਹੋਇਆ। ਆਪਾਂ ਇਹ ਨਹੀਂ ਕਹਿੰਦੇ ਵੀ ਵਧੀਆ ਚੱਲਦਾ, ਉਹਨੂੰ ਠੀਕ ਕਰਨ ਦੀ ਲੋੜ ਆ। ਜਿੱਥੇ ਹਸਪਤਾਲ 'ਚ ਡਾਕਟਰ ਨਹੀਂ ਹੈਗੇ, ਡਾਕਟਰ ਲਾ ਦਿਓ। ਜਿੱਥੇ ਕੋਈ ਨਰਸ ਨਹੀਂ ਹੈਗੀ, ਨਰਸ ਲਾ ਦਿਓ। ਜਿੱਥੇ ਕੋਈ ਦਵਾਈਆਂ ਨਹੀਂ ਹੈਗੀਆਂ, ਦਵਾਈਆਂ ਦੇ ਦਿਓ। ਜਿੱਥੇ ਮਸ਼ੀਨ ਨਹੀਂ ਚੱਲਦੀ, ਉਹਨੂੰ ਠੀਕ ਕਰਨ ਦੀ ਥਾਂ 'ਤੇ ਇਹ ਉਹ ਪੈਸਾ ਇੱਕ ਡੱਬਾ ਨੂੰਮਾ ਜਿਹੜੇ ਬਣੇ ਹੋਇਆ, ਕੋਈ ਕਚਹਿਰੀ 'ਚ ਬਣਿਆ, ਕੋਈ ਕਿੱਥੇ ਬਣਿਆ, ਲੋਕੇਸ਼ਨਾਂ ਵੀ ਨਹੀਂ ਸਹੀ ਹੈਗੀਆਂ। ਮਤਲਬ ਇੱਕ ਜੇ ਕੋਈ ਤੁਸੀਂ ਉਹਨੂੰ ਕੋਈ ਬਣਾਉਣਾ, ਲੋਕੇਸ਼ਨ ਤਾਂ ਸਹੀ ਹੋਣੀ ਚਾਹੀਦੀ ਹੈ ਨਾ। ਇੱਕ ਤੁਸੀਂ ਹੈਲਥ ਦਾ ਕੋਈ ਇਨਫਰਾਸਟਰਕਚਰ ਬਣਾਉਣਾ, ਉਹਦਾ ਕੋਈ ਕਚਹਿਰੀ 'ਚ, ਹੁਣ ਕਚਹਿਰੀ ਦੇ ਵਿੱਚ ਕੀ ਉਹਦਾ ਕਰੋ ਖੋਲ੍ਹ ਕੇ, ਉਹ ਪੈਸਾ ਸਾਰਾ ਜਿਹੜਾ ਦਵਾਈਆਂ 'ਤੇ ਲਾਉਣਾ ਸੀ, ਐਕਸਰੇ ਮਸ਼ੀਨਾਂ 'ਤੇ ਲਾਉਣਾ ਸੀ, ਐਕਸਰੇ ਫਿਲਮਾਂ 'ਤੇ ਲਾਉਣਾ ਸੀ, ਉਧਰ ਡਾਇਵਰਟ ਕਰਤਾ। ਮਤਲਬ ਜਿਹੜਾ ਇਹਨਾਂ 20 ਲੱਖ ਰੁਪਏ ਇੱਕ ਮੁਹੱਲਾ ਕਲੀਨਿਕ ਤੇ 75 ਕੀ ਆ ਬਣਦੇ ਨੇ, ਉਸ ਹਿਸਾਬ ਦੇ ਨਾਲ 20 × 75 ਕਰ ਦਈਏ 15 ਕਰੋੜ ਰੁਪਇਆ ਬਣ ਗਿਆ। 15 ਕਰੋੜ ਦੀਆਂ ਜਿਹੜੀਆਂ ਪੁਰਾਣੀਆਂ ਡਿਸਪੈਂਸਰੀਆਂ ਚੱਲਦੀਆਂ, ਉਹਨਾਂ ਤੇ ਦਵਾਈਆਂ ਬਹੁਤ ਵਧੀਆ, ਭਾਵੇਂ ਸਾਲ ਤੱਕ ਖਤਮ ਨਾ ਹੋਣਾ। ਇਹ ਨਾ ਜਗਤਾਰ ਜੀ, ਇੱਕ ਸਕੀਮ ਹੈਗੀ ਆਪਣੀ ਸੈਂਟਰ ਦੀ ਸਕੀਮ ਹੁੰਦੀ ਹੈ ਨੈਸ਼ਨਲ ਹੈਲਥ ਮਿਸ਼ਨ ਜੀ। ਉਹਦਾ ਪੈਸਾ, ਉਹਦੇ ਪੈਸੇ ਲਾ ਕੇ ਇਹ ਮੁਹੱਲਾ ਕਲੀਨਿਕ ਨੂੰ ਕਨਵਰਟ ਕਰ ਰਿਹਾ, ਸੇਵਾ ਕੇਂਦਰ ਨੂੰ ਕਨਵਰਟ ਕਰ ਰਿਹਾ ਮੁਹੱਲਾ। ਉਹ ਪੈਸਾ ਬੇਸਿਕਲੀ ਹੁੰਦਾ ਕੀ ਹੈ? ਉਹ ਪੈਸਾ ਆਪਣਾ ਹੀ ਹੈ, ਟੈਕਸ ਦਿੱਤਾ, ਉਹ 'ਚ ਕੋਈ ਉਹ ਨਹੀਂ ਵੀ ਕਿਹਦਾ। ਉਹ ਪੈਸਾ ਸੈਂਟਰ ਸਰਕਾਰ ਸਾਰੀਆਂ ਸਟੇਟਾਂ ਨੂੰ ਦਿੰਦੀ ਹੈ ਕਿ ਦਵਾਈਆਂ ਲਈ ਕੋਈ ਤੁਹਾਡੇ ਕੋਲ ਚੀਜ਼ਾਂ ਲਿਆਉਣੀਆਂ, ਉਹਦੇ ਲਈ। ਉਹ ਜਿਹੜੀ ਡਿਸਪੈਂਸਰੀਆਂ 'ਚ ਦਵਾਈਆਂ ਆਉਣੀਆਂ ਸੀਗੀਆਂ, ਜਿਹੜੇ ਹਸਪਤਾਲਾਂ ਦੇ ਵਿੱਚ ਐਕਸਰੇ ਫਿਲਮਾਂ ਆਉਣੀਆਂ ਸੀ, ਦਵਾਈਆਂ ਆਉਣੀਆਂ ਸੀਗੀਆਂ, ਚੀਜ਼ਾਂ ਦਾ ਸੁਧਾਰ ਕਰਨਾ ਸੀ, ਉਹ ਇਹਨਾਂ ਨੇ ਇੱਧਰ ਡਾਇਵਰਟ ਕਰਤਾ। ਉਹ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਕਿ ਆਪਾਂ ਨੂੰ ਆਯੁਸ਼ਮਾਨ ਸਕੀਮ ਦੀ ਲੋੜ ਨਹੀਂ ਪੈਣੀ, ਆਪਣੇ ਮੁਹੱਲਾ ਕਲੀਨਿਕ ਚੱਲ ਜਾਣਗੇ, 5 ਲੱਖ ਦੇ ਇਲਾਜ ਦੀ ਜ਼ਰੂਰਤ ਨਹੀਂ ਹੈ ਹੁਣ। ਤੇ ਉਹ ਤਾਂ ਜੀ ਬੜਾ ਬਚਕਾਨਾ ਤੇ ਹਾਸੋਹੀਣਾ ਬਿਆਨ ਹੈ। ਮੁਹੱਲਾ ਕਲੀਨਿਕ ਜਿੱਥੇ ਇੱਕ ਡਾਕਟਰ, ਇੱਕ ਫਾਰਮਾਸਿਸਟ ਤੇ ਇੱਕ ਸਫਾਈ ਕਰਮਚਾਰੀ ਹੈ, ਜਿੱਥੇ ਇਹਨਾਂ ਕੋਲੇ ਵੱਧੋ ਵੱਧ ਬੁਖਾਰ, ਖੰਘ, ਜ਼ੁਕਾਮ ਦੀਆਂ ਦਵਾਈਆਂ ਹੋਣਗੀਆਂ, ਉਹਨੂੰ ਇੱਕ ਸਕੀਮ ਜਿਹਦੇ ਵਿੱਚ ਗੋਡੇ ਬਦਲਣ ਤੋਂ ਲੈ ਕੇ ਤੁਹਾਡੇ ਹਾਰਟ ਦੇ ਆਪਰੇਸ਼ਨ, ਤੁਹਾਡੀਆਂ ਸਾਰੀਆਂ ਸਰਜਰੀਆਂ, ਤੁਹਾਡੇ ਹਰ ਤਰ੍ਹਾਂ ਦਾ ਇਲਾਜ ਹੋ ਰਿਹਾ ਜਿਹਦੇ ਅੰਡਰ, ਉਹਦੇ ਨਾਲ ਕਿਵੇਂ ਕੰਪੇਅਰ ਕਰ ਲਓਗੇ ਤੁਸੀਂ? ਐਡਾ ਬਚਕਾਨਾ ਬਿਆਨ ਹੈ ਇਹ ਵੀ। ਮੈਂ ਸੋਚਦਾ ਵੀ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਕਿਵੇਂ। ਪਹਿਲਾਂ ਮੈਂ 2 ਵਾਰ ਪੜ੍ਹਿਆ ਵੀ ਉਹਨਾਂ ਨੇ ਦਿੱਤਾ ਇਹ। ਮੁਹੱਲਾ ਕਲੀਨਿਕ ਦੇ ਵਿੱਚ ਜਿਹੜੀ ਸਰਜਰੀਆਂ ਹੁੰਦੀਆਂ ਉਸ ਸਕੀਮ ਦੇ ਅੰਡਰ, ਵੱਡੇ ਵੱਡੇ ਆਪਰੇਸ਼ਨ ਹੁੰਦੇ ਆ, ਕੋਈ ਕਿਸੇ ਦਾ ਵੱਡਾ ਇਲਾਜ ਕਰਨਾ, ਸਾਰਾ ਉਹਦੇ ਅੰਡਰ ਆਉਂਦਾ। ਮੁਹੱਲਾ ਕਲੀਨਿਕ ਦੇ ਵਿੱਚ ਕਰ ਲੈਣਗੇ ਇਹ। ਅੱਛਾ, ਕੋਈ ਤੁਹਾਡੀ ਹੋਰ ਵੀ ਆਰਟੀ ਕੀ ਚੱਲਾ ਸੀ ਪਤਾ ਕਿ ਜਿਹੜੇ ਕਹਿੰਦੇ ਕਿ ਅਸੀਂ 21 ਲੱਖ ਰੁਪਈਆ ਪੇਪਰਲੈਸ ਤੋਂ ਬਚਾ ਲਿਆ ਗਿਆ ਜੀ? ਉਹ ਜੀ ਜਦੋਂ ਬਜਟ ਪੇਸ਼ ਕੀਤਾ ਸੀਗਾ, ਇਹਨਾਂ ਨੇ ਕੀ ਕੀਤਾ ਵੀ ਬੜਾ ਹਰ ਇੱਕ ਗੱਲ ਨੂੰ ਇਵੈਂਟ ਬਣਾਉਣ ਦੀ ਕੋਸ਼ਿਸ਼, ਬੇਸਿਕਲੀ ਬਿਨਾਂ ਗੱਲ ਤੋਂ। ਕੋਈ ਨਹੀਂ ਵੀ ਹੁੰਦਾ ਇਵੈਂਟ ਦੇ ਚੱਕਰ 'ਚ ਨੁਕਸਾਨ ਵੀ ਹੋਇਆ ਆਪਣਾ। ਦੇਖਿਆ ਉਦੋਂ ਸਿੱਧੂ ਮੂਸੇਵਾਲੇ ਦਾ ਨੁਕਸਾਨ ਇਵੈਂਟ ਬਣਾਉਣ ਦੇ ਚੱਕਰ 'ਚ ਹੀ ਹੋਇਆ ਸੀ ਵੀ ਅਸੀਂ ਉਹ ਸੁਰੱਖਿਆ ਘਟਾਤੀ ਉਹਦੀ। ਹਰ ਇੱਕ ਚੀਜ਼ ਨੂੰ ਇਵੈਂਟ ਬਣਾਉਣਾ। ਹੁਣ ਬਜਟ ਸੀਗਾ, ਹੁਣ ਬਜਟ ਤੇ ਤਾਂ ਕੁਝ ਖਾਸ ਕੀਤਾ ਨਹੀਂ ਗਾ, ਇਵੈਂਟ ਬਣਾਉਣਾ ਸੀਗਾ। ਕਹਿੰਦੇ ਜੀ ਅਸੀਂ 21 ਲੱਖ ਰੁਪਈਆ ਬਚਾ ਲਿਆ, ਬਜਟ ਅਸੀਂ ਪੇਪਰਲੈਸ ਕਰਤਾ। ਵੀ ਜਿਹੜਾ ਪਹਿਲਾਂ ਪੇਪਰ 'ਤੇ ਬਜਟ ਹੁੰਦਾ ਸੀ, ਉਹ ਅਸੀਂ ਹੁਣ ਤੁਹਾਡੇ ਕੰਪਿਊਟਰ ਦੇ ਵਿੱਚ ਜਾਂ ਫੋਨ ਦੇ ਵਿੱਚ ਪਾਤਾ। ਪਰ ਜਦੋਂ ਮੈਂ ਉਹ ਆਰਟੀ ਪਹਿਲਾਂ ਦੀ ਪਾਈ ਹੋਈ ਸੀ ਬਜਟ ਵਾਲੀ, ਉਹਦੇ 'ਚ ਦੇਖਿਆ ਵੀ ਜਿਹੜੀ ਉਸ ਚੀਜ਼ ਦਾ ਪ੍ਰੋਪੇਗੈਂਡਾ ਕਰਨ ਲਈ ਵੀ ਅਸੀਂ 21 ਲੱਖ ਬਚਾ ਲਿਆ ਤੇ ਅਸੀਂ ਉਹ ਬਜਟ ਪੇਸ਼ ਕਰਨਾ, ਉਹਦਾ ਇੱਕ ਦਿਨ ਦਾ ਪ੍ਰਿੰਟ ਮੀਡੀਆ ਨੂੰ 42 ਲੱਖ ਰੁਪਏ ਦੀ ਐਡ ਦਿੱਤੀ ਹੋਈ ਸੀ। ਮਤਲਬ ਤੁਸੀਂ ਹਾਥੀ ਦੇ ਦੰਦ ਦਿਖਾਉਣ ਦੇ ਕੁਝ ਹੋਰ ਹੈ ਤੇ ਖਾਣ ਦੇ ਹੋਰ ਹੈ। ਵੀ ਤੁਸੀਂ ਜਿਹੜੀ ਚੀਜ਼ ਨੂੰ ਕਹਿ ਰਹੇ ਹੋ ਵੀ ਅਸੀਂ 21 ਲੱਖ ਬਚਾ ਲਿਆ, ਉਸ ਦਾ ਪ੍ਰੋਪੇਗੈਂਡਾ ਕਰਨ ਲਈ 42 ਲੱਖ ਰੁਪਏ ਇੱਕ ਦਿਨ ਦੇ ਵਿੱਚ ਇੱਕ ਐਡ ਤੇ ਲਾਤਾ। ਅੱਛਾ, ਲੋਕ ਸੰਪਰਕ ਜਿਹੜੇ ਮੰਤਰੀ ਨੇ ਅਮਨ ਅਰੋੜਾ ਕਹਿੰਦੇ ਕਿ ਜੇ ਅਸੀਂ ਚੰਗੇ ਕੰਮ ਕਰਾਂਗੇ ਤੇ ਅਸੀਂ ਮਸ਼ਹੂਰੀਆਂ ਕਰਾਂਗੇ, ਤੇ ਮਸ਼ਹੂਰੀਆਂ ਕਰਾਂਗੇ ਤੇ ਫਿਰ ਮੀਡੀਆ ਨੂੰ ਐਡ ਦੇਣੀ ਪੈਣੀ ਹੈ। ਤੁਸੀਂ ਕਹਿੰਦੇ ਕਿ ਐਡ ਬਹੁਤ ਜ਼ਿਆਦਾ ਦੇ ਦਿੱਤੀ ਹੈਗੀ ਹੈ, ਕਰੋੜਾਂ ਰੁਪਏ ਦੇ ਦਿੱਤੇ ਨੇ ਪਹਿਲੇ 2-3 ਮਹੀਨਿਆਂ 'ਚ। ਦੇਖੋ ਜੀ, ਅਮਨ ਅਰੋੜਾ ਜੀ ਦਾ ਬਿਆਨ ਹਾਸੋਹੀਣਾ ਹੈ। ਇਹ ਪਹਿਲੀ ਗੱਲ ਤੇ ਤੁਸੀਂ ਮੈਨੂੰ ਐਂ ਦੱਸੋ ਵੀ ਕਿਹੜੀ ਇਹਨਾਂ ਨੇ ਪਹਿਲੇ ਦਿਨ ਤੋਂ ਐਡ ਜਿਹਦੇ ਸਰਕਾਰ ਬਣੀ ਹੈ 5-6 ਕਰੋੜ ਦੀ ਐਡ ਸਹੁੰ ਚੁੱਕ ਸਮਾਗਮ ਦੀ ਦਿੱਤੀ। ਉਸ ਤੋਂ ਬਾਅਦ ਜਿੰਨੀਆਂ ਵੀ ਇਹਨਾਂ ਨੇ 60 ਦਿਨ ਦੇ ਵਿੱਚ ਇਕੱਲੇ ਅਖਬਾਰ ਦੇ ਵਿੱਚ 28 ਐਡ ਦਿੱਤੇ। ਦੇਖਿਆ ਕਿਸੇ ਦੇ 28? ਤੁਸੀਂ ਪਹਿਲਾਂ ਸਰਕਾਰਾਂ ਦੇ ਵੀ 28 ਫਰੰਟ ਪੇਜ ਇਸ਼ਤਿਹਾਰ ਲੱਗੇ ਹੋਣ। ਨਾਲੇ ਤੁਸੀਂ ਜੇ ਤੁਸੀਂ ਪ੍ਰਚਾਰ ਕਰਨਾ ਹੈ, ਜੇ ਕੋਈ ਕਰਨਾ ਵੀ ਹੈ ਤਾਂ ਪੰਜਾਬ ਦੇ ਲੋਕਾਂ 'ਤੇ ਕਰੋ ਪ੍ਰਚਾਰ। ਗੁਜਰਾਤ ਨੂੰ ਕਿਹੜਾ ਪ੍ਰਚਾਰ ਦਿਖਾਉਣਾ ਤੁਸੀਂ?
ਹੁਣ 300 ਯੂਨਿਟ ਦਾ ਇਹਨਾਂ ਨੇ ਸਾਰੇ ਇੰਡੀਆ ਦੇ ਵਿੱਚ ਐਡ ਦੇ ਰੱਖੀ ਹੈ ਟੀਵੀ ਤੇ ਐਡ ਮਿਲਣਾ ਘੱਟੋ ਘੱਟ 10 ਕਰੋੜ ਦੀ ਐਡ ਹੈ। ਉਹ 300 ਯੂਨਿਟ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਵੀ ਕਿਹਨੂੰ ਮਿਲੂਗੀ ਕਿਹਨੂੰ ਨਹੀਂ, ਕਿ ਕੋਈ ਕਹਿ ਦਿੰਦਾ ਵੀ ਜਨਰਲ ਕੈਟਾਗਰੀ ਨੂੰ ਨਹੀਂ ਮਿਲਣੀ, ਕੋਈ ਵਿੱਚ ਕਹਿ ਰੱਖਿਆ ਵੀ ਜਿਹੜਾ ਟੈਕਸ ਭਰਦਾ ਉਹਨੂੰ ਨਹੀਂ ਮਿਲਣੀ। ਮਤਲਬ ਇੱਕ ਝੂਠਾ ਪ੍ਰਚਾਰ ਕਰਨ ਦੇ ਲਈ ਤੁਸੀਂ ਪੰਜਾਬ ਦਾ ਪੈਸਾ ਖਰਾਬ ਕਰ ਰਹੇ ਹੋ, ਤੇ ਜਿਹੜਾ ਤੁਸੀਂ ਐਡਵਰਟਾਈਜ਼ਮੈਂਟ ਹੋਰ ਸਟੇਟਾਂ ਦੇ ਵਿੱਚ ਦੇ ਰਹੇ ਹੋ ਉਹ ਇਸੇ ਕਰਕੇ ਦੇ ਰਹੇ ਆ ਵੀ ਉੱਥੇ ਹੋਰ ਇਲੈਕਸ਼ਨ ਆਉਣੇ ਆ। ਅੱਛਾ, ਇੱਕ ਮੰਨ ਕੇ ਕੋ ਲੋਕ ਬਹੁਤ ਸਾਰੇ ਜਿਹੜੇ ਲੋਕ ਸਵਾਲ ਕਰਦੇ ਨੇ ਕਿ ਤੁਸੀਂ ਜੀ ਸਾਰੇ ਲੋਕ ਸਾਨੂੰ ਵੀ ਕਹਿ ਦਿੰਦੇ ਨੇ ਕਿ 4 ਮਹੀਨੇ 'ਚ ਹੀ ਤੁਸੀਂ ਸਰਕਾਰ ਕੋਲ ਰਿਜ਼ਲਟ ਲੈ ਰਹੇ, ਪਿਛਲੇ ਵੇਲੇ ਤੁਸੀਂ ਬੋਲਦੇ ਨਹੀਂ ਹੈਗੇ। ਇਹਨਾਂ ਦੇ ਜਿਹੜੇ ਭਗਤ ਲਾ ਲਓ ਜਾਂ ਇਹਨਾਂ ਦੇ ਵਲੰਟਰੀ ਲਾ ਲਓ, ਉਹ ਕਹਿੰਦੇ ਕਿ ਤੁਸੀਂ ਕਿਉਂ ਟਾਈਮ ਕਰ ਰਹੇ ਹੋ, ਪਿਛਲਿਆਂ ਨੂੰ ਤਾਂ ਕਦੀ ਪੁੱਛਦੇ ਨਹੀਂ ਹੈਗੇ ਸੀ, ਪਿਛਲਿਆਂ ਦੀ ਤੁਸੀਂ ਜਾਣਕਾਰੀ ਮੰਗੀ ਸੀ ਜੀ? ਹਾਂਜੀ, ਪਿਛਲੀਆਂ ਦੀ ਵੀ ਮੰਗੀ ਸੀ, ਬਸ ਗੱਲ ਇੰਨੀ ਕੁ ਸੀਗੀ ਵੀ ਪਿਛਲਿਆਂ ਵੇਲੇ ਉਹਨਾਂ ਦਾ ਲੋਕਾਂ ਨੂੰ ਪਤਾ ਸੀ ਵੀ ਮਾੜੇ ਆ, ਇਹ ਪ੍ਰਚਾਰ ਕਰਦੇ ਵੀ ਅਸੀਂ ਕੋਈ ਬਦਲਾਅ ਲੈ ਕੇ ਆਵਾਂਗੇ, ਅਸੀਂ ਬੜੇ ਐਥੀਕਲੀ ਸਹੀ ਆ। ਜਦੋਂ ਹੁਣ ਇਹਨਾਂ ਦਾ ਵੀ ਸਾਹਮਣੇ ਆਉਂਦਾ ਵੀ ਇਹ ਵੀ ਉਹੀ ਕੁਛ ਹੀ ਆ, ਉਦੋਂ ਵੱਧ ਹੀ ਲਟਾਈ ਜਾਂਦੇ ਆ ਤੇ ਲੋਕਾਂ ਨੂੰ ਫਿਰ ਹੈਰਾਨੀ ਹੁੰਦੀ ਹੈ। ਅਸੀਂ ਤੇ ਜਾਣਕਾਰੀ ਕੱਢ ਕੇ ਲੋਕਾਂ ਦੇ ਸਾਹਮਣੇ ਰੱਖੀ, ਅਸੀਂ ਕਿਹੜਾ ਵਿਰੋਧ ਕੀਤਾ? ਦੇਖੋ ਇਹ ਕੋਈ ਨਿੱਜੀ ਵਿਰੋਧ ਥੋੜੀ ਹੈ ਕਿਸੇ ਦਾ, ਇਹ ਤਾਂ ਆਰਟੀ ਦੀ ਜਾਣਕਾਰੀ ਸਰਕਾਰੀ ਕਾਗਜ਼ ਹੈ। ਲੋਕਾਂ ਨੂੰ ਦੱਸਿਆ ਵੀ ਭਾਈ ਜਿਹਨੂੰ ਤੁਸੀਂ ਬਦਲਾਅ ਸਮਝਦੇ ਹੋ ਉਹ ਉਸੇ ਤਰੀਕੇ ਕਰੋੜਾਂ ਰੁਪਏ ਖਰਾਬ ਕਰੀ ਜਾਂਦੇ। ਹੁਣ 4 ਮਹੀਨਿਆਂ ਦੀ ਗੱਲ ਸੁਣ ਲਓ, ਹੁਣ 5 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਲਗਭਗ। ਹੁਣ ਖਬਰ ਆਈ ਹੈ ਵੀ ਜਿਹੜੇ ਸਕੂਲ ਨੇ ਸਰਕਾਰੀ ਸਕੂਲ, ਉਹਨਾਂ 'ਚ ਸਰਕਾਰ ਨੇ ਕਿਤਾਬਾਂ ਦੇਣੀਆਂ ਹੁੰਦੀਆਂ ਨੇ 1 ਮਾਰਚ ਨੂੰ, ਮਾਰਚ 'ਚ ਦੇਣੀਆਂ ਹੁੰਦੀਆਂ ਬਟਾ ਜੋ ਵੀ। ਉਹ 5 ਮਹੀਨੇ ਹੋ ਗਏ ਸਰਕਾਰ ਆਈ ਨੂੰ ਤੇ ਕਿਤਾਬਾਂ ਹੀ ਨਹੀਂ ਹੈਗੀਆਂ, ਪੇਪਰ ਸ਼ੁਰੂ ਹੋ ਗਏ ਜਵਾਕਾਂ ਦੇ। ਹੁਣ ਇਹਦੇ 'ਚ ਕੀ ਰੁਕਣ ਦੀ ਲੋੜ ਹੈ? 4 ਮਹੀਨੇ ਕਿਵੇਂ ਰੁਕੀਏ? ਇਹਦੇ 'ਚ ਹਸਪਤਾਲਾਂ 'ਚ ਦਵਾਈਆਂ ਨਹੀਂ ਹੈਗੀਆਂ, ਇਹਦੇ 'ਚ 4 ਮਹੀਨੇ ਕਿਵੇਂ ਰੁਕੀਏ? ਮੁਹੱਲਾ ਕਲੀਨਿਕ ਤੇ ਤੁਸੀਂ ਬਿਨਾਂ ਗੱਲ ਤੋਂ ਪੈਸੇ ਵੇਸਟ ਕਰ ਰਹੇ ਹੋ ਦਵਾਈਆਂ ਦੇ, ਇਹਦੇ 'ਚ 4 ਮਹੀਨੇ ਕੀ ਰੁਕੀਏ? ਇਹਦਾ ਮਤਲਬ ਉਹ ਗੱਲਾਂ ਨੇ ਜਿਹੜੀਆਂ ਬੇਸਿਕ ਚੀਜ਼ਾਂ ਨੇ, ਜਿਹੜੀਆਂ ਸਰਕਾਰ ਦੇ ਚੁਟਕੀ ਦਾ ਕੰਮ ਹੈ। ਤੁਹਾਡੀ ਪ੍ਰਾਇੋਰਟੀ ਤਾਂ ਐਡਵਰਟਾਈਜ਼ਮੈਂਟ ਹੈ, ਤੁਹਾਡੀ ਪ੍ਰਾਇੋਰਟੀ ਕੀ ਹੈ? ਤੁਹਾਡੀ ਪ੍ਰਾਇੋਰਟੀ ਐਡਵਰਟਾਈਜ਼ਮੈਂਟ ਹੈ, ਤੁਹਾਡੀ ਪ੍ਰਾਇੋਰਟੀ ਦਿੱਲੀ ਮਾਡਲ ਦੇ ਜਿਹੜੇ ਬਕਸੇ ਉਹ ਬਣਾਏ ਆ ਤੁਸੀਂ ਮੁਹੱਲਾ ਕਲੀਨਿਕ, ਉਹ ਨੇ ਵੀ ਅਸੀਂ ਦਿੱਲੀ ਮਾਡਲ ਦਾ ਕਿਤੇ ਹੋਰ ਪ੍ਰਚਾਰ ਕਰੀਏ। ਤੁਹਾਡੀ ਪ੍ਰਾਇੋਰਟੀ ਕੀ ਹੈ? ਤੁਸੀਂ ਜਹਾਜ਼ਾਂ 'ਚ ਉੱਡਣਾ ਹੈਗਾ ਤੇ ਗੇੜੇ ਤੇ ਗੇੜਾ। ਹੁਣ ਤੁਸੀਂ ਆ ਪੰਜਾਬ ਦਾ ਹੈਲੀਕਾਪਟਰ ਦੇਖ ਲਓ, ਕਿੰਨੀ ਵਾਰ ਉਹ ਚੜ੍ਹਦਾ। ਇਹ ਕਹਿੰਦੇ ਸੀ ਵੀ ਚੰਨੀ ਨੇ ਐਂ ਕਰਤਾ ਜੀ, ਬਾਦਲ ਜਹਾਜ਼ 'ਚ ਉਤਰਦਾ ਹੀ ਨਹੀਂ ਜਹਾਜ਼ 'ਚ। ਹੁਣ ਭਗਵੰਤ ਮਾਨ ਜੀ ਕਿਹੜਾ ਉਤਰਦੇ ਆ? ਮਾਣਕ ਜੀ, ਸਰਕਾਰ ਦਾ ਇਹ ਤਾਂ ਤੁਸੀਂ ਖੁਲਾਸਾ ਕਰ ਦਿੱਤਾ, ਗੱਲ ਲੋਕਾਂ ਨੂੰ ਦੱਸ ਦਿੱਤਾ ਗਿਆ ਕਿ ਕਹਿੰਦੇ ਕੁਛ ਤੇ ਕਰਦੇ ਕੁਛ ਹੈ, ਜੋ ਕਰਦੇ ਉਹ ਕਹਿੰਦੇ ਨਹੀਂ ਹੈਗੇ। ਹੋਰ ਵੀ ਮਸਾਲਾ ਤਿਆਰ ਕੀਤਾ ਸਰਕਾਰ ਦਾ, ਜਿਹੜੇ ਸਰਕਾਰ ਕਹਿ ਰਹੀ ਕਿ ਅਸੀਂ ਬਦਲਾਅ ਦੀ ਗੱਲ ਕਰਦੇ ਹੈਗੇ ਜੀ, ਇਮਾਨਦਾਰੀ ਦੀਆਂ ਸਹੁੰਆਂ ਖਾ ਰਹੇ ਨੇ। ਦੇਖੋ ਜੀ, ਮਸਾਲਾ ਤਾਂ ਕੀ ਹੈ, ਇਹ ਲੋਕਾਂ ਦਾ ਰਾਈਟ ਹੈ ਇਹ ਜਾਣਕਾਰੀ ਲੈਣਾ। ਮੈਂ ਤਾਂ ਕਹਿੰਦਾ ਵੀ ਹੋਰ ਵੀ ਹੈਗੇ ਆ, ਬਹੁਤ ਨੇਗੇ। ਮੈਂ ਤਾਂ ਕਹਿੰਦਾ ਵੀ ਹਰ ਇੱਕ ਬੰਦੇ ਨੂੰ ਇਹ ਸਿੱਖਣਾ ਚਾਹੀਦਾ ਹੈਗਾ। ਕੁਛ ਵੀ ਨਹੀਂ ਹੈਗਾ, ਤੁਸੀਂ ਇੱਕ ਅਰਜੀ ਪਾਉਣੀ ਹੈ ਤੇ ਆਪਣਾ PIO ਉਹਨੂੰ ਫੋਲੋ ਕਰਨਾ ਤੇ ਤੁਹਾਨੂੰ ਜਾਣਕਾਰੀ ਮਿਲ ਜਾਣੀ ਹੈ। ਹੋਰ ਵੀ ਪਾਈਆਂ ਹੋਈਆਂ ਨੇ RTI। ਖੁਲਾਸਾ ਹੋਰ ਕੀ ਹੋਣ ਵਾਲਾ ਸਰਕਾਰ ਦੇ ਖਿਲਾਫ? ਦੇਖੋ ਉਹ ਡਿਪੈਂਡ ਕਰਦਾ ਹੁੰਦਾ ਵੀ ਕਿਹੜੇ ਪੇਪਰ ਦਿੰਦੇ ਆ, ਕਿਹੜੇ ਲੇਟ ਦਿੰਦੇ ਆ, ਕਿਹੜੇ ਪਹਿਲਾਂ ਦਿੰਦੇ ਆ, ਜਾਂ ਕਿਹੜੇ 'ਚ ਕੋਈ ਗੜਬੜੀ ਕਰਦੇ ਆ, ਕਿਹੜੇ 'ਚ ਘੁਮਾ ਕੇ ਰਿਪਲਾਈ ਕਰਦੇ ਆ। ਉਹ ਜਦੋਂ ਆਉਂਦਾ ਫਿਰ ਤੁਹਾਨੂੰ ਦੱਸਾਂਗੇ, ਜ਼ਰੂਰ ਦੱਸਾਂਗੇ ਜੀ। ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ। ਉਹ ਜਿੱਥੋਂ ਤੱਕ ਭਗਵੰਤ ਮਾਨ ਦੀ ਸਰਕਾਰ ਦਾ ਸਵਾਲ ਆ, ਦਾਅਵੇ ਬਹੁਤ ਵੱਡੇ ਕੀਤੇ ਸੀ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ, ਬੇਪਰਵਾਹ ਸੀ, ਲਾਪਰਵਾਹ ਸੀ। ਸਾਡੀ ਸਰਕਾਰ ਆਈ ਆ ਤੇ ਖਜ਼ਾਨਾ ਭਰਾਂਗੇ। ਪਰ ਜੋ ਹੁਣ ਤੱਕ RTI ਐਕਟ ਤਹਿਤ ਜਿਹੜੀ ਜਾਣਕਾਰੀ ਮਿਲੀ, ਉਹਦੇ 'ਚ ਤੇ ਹੀ ਲੱਗਿਆ ਕਿ ਜੋ ਪਿਛਲੀਆਂ ਸਰਕਾਰਾਂ ਕਰਦੇ ਰਹੀਆਂ ਉਹਨਾਂ ਲੀਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ। ਠੀਕ ਆ, ਵੱਖਰੀ ਗੱਲ ਆ, ਬਦਲਾਅ ਦੀਆਂ ਗੱਲਾਂ ਹੋ ਰਹੀਆਂ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।